Very good morning, everyone. Our today's topic is mean and average value of alternative current. As we know that alternative current is denoted by A and C. So first of all, we're going to discuss mean and average value of alternative current, right? So alternative ਕਰੰਟ ਆਫ ਮੀਨ ਵੈਲਿਊ ਆਪਾਂ ਕਰੰਟ ਨੂੰ ਆਈ ਨਾਲ ਡਿਨੋਟ ਕਰਦੇ ਹਾਂ। ਜਦੋਂ ਆਪਾਂ ਮੀਨ ਵੈਲਿਊ ਫਾਈਂਡ ਆਊਟ ਕਰਨੀ ਉਹਨੂੰ ਆਈ ਐਮ ਲਿਖਾਂਗੇ। ਫॉर ਐਵਰੇਜ ਵੈਲਿਊ ਵੀ ਗੋਇੰਗ ਟੂ ਰਾਈਟ ਆਈ ਏ ਵੀ। ਇਹ ਐਬਰੀਵੇਸ਼ਨ ਟਰਮਸ ਨੇ ਕਰੰਟ ਦੀਆਂ, ਆਲਟਰਨੇਟਿਵ ਕਰੰਟ ਦੀਆਂ ਮੀਨ ਦੇ ਲਈ ਅਤੇ ਆਲਟਰਨੇਟਿਵ ਦੇ ਲਈ, ਐਵਰੇਜ ਦੇ ਲਈ। ਠੀਕ ਹੈ ਜੀ। ਸਭ ਤੋਂ ਪਹਿਲਾਂ ਆਪਾਂ ਡੈਫੀਨੇਸ਼ਨ ਪੜ੍ਹਦੇ ਹਾਂ ਇਹਦੀ। ਮੀਨ ਵੈਲਿਊ ਔਰ ਐਵਰੇਜ ਵੈਲਿਊ ਦਾ ਮਤਲਬ ਕੀ ਹੁੰਦਾ। ਆਪਾਂ ਕਹਿੰਦੇ ਹਾਂ ਕਿ ਸਿਰਫ ਅਲਾਓ ਕਰਦਾ ਹਾਫ ਸਾਈਕਲ ਕਰੰਟ ਦਾ ਜਿਹੜਾ ਉਹ ਪਾਸ ਕਰੇ ਕਿਸੇ ਵੀ ਸਰਕਟ ਦੇ ਵਿੱਚੋਂ। ਜਦੋਂ ਹਾਫ ਸਾਈਕਲ ਕਰੰਟ ਦਾ ਪਾਸ ਕਰੂਗਾ ਉਹਦੇ ਵਿੱਚ ਵੀ ਸੇਮ ਚਾਰਜ ਹੀ ਜਿਹੜੇ ਆ ਉਹ ਫਲੋ ਕਰਨਗੇ। ਠੀਕ ਹੈ, ਜੋ ਫਸਟ ਹਾਫ ਤੋਂ ਪਹਿਲੇ ਹੀ ਉਹੀ ਸੈਕਿੰਡ ਹਾਫ ਦੇ ਵਿੱਚ ਅੱਗੇ ਟਰਾਂਸਫਰ ਹੋਣਗੇ। ਰਾਈਟ, ਸੋ ਡੈਫੀਨੇਸ਼ਨ ਦਿੱਤੀ ਆਪਾਂ ਕਿਹਾ ਦਿਸ ਅਲਾਊਡ ਐਨੀ ਹਾਫ ਸਾਈਕਲ ਆਫ ਕਰੰਟ ਵਿਚ ਸੈਂਡਸ ਸੇਮ ਚਾਰਜ ਥਰੂ ਸਰਕਿਟ ਇਨ ਹਾਫ ਟਾਈਮ ਪੀਰੀਅਡ। ਹਾਫ ਟਾਈਮ ਪੀਰੀਅਡ ਮਤਲਬ ਟੀ ਡਿਵਾਈਡਡ ਬਾਈ 2। ਵੀ ਨੋ ਦੈਟ ਕੈਪੀਟਲ ਟੀ ਜਿਹੜੀ ਉਹ ਟਾਈਮ ਪੀਰੀਅਡ ਹੁੰਦਾ ਆਪਣੇ ਕੋਲ। ਰਾਈਟ, ਹੁਣ ਆਪਾਂ ਇਹਦੀ ਕੈਲਕੂਲੇਸ਼ਨ ਕਰਨੀ ਆ। ਠੀਕ ਹੈ ਜੀ। ਮੀਨ ਔਰ ਐਵਰੇਜ ਵੈਲਿਊ ਆਫ ਆਲਟਰਨੇਟਿਵ ਕਰੰਟ ਦਾ ਮਤਲਬ ਕੀ ਹੁੰਦਾ ਕਿ ਸਾਡੇ ਕੋਲ ਹਾਫ ਟਾਈਮ ਦੇ ਵਿੱਚ ਹਾਫ ਸਾਈਕਲ ਜਿਹੜਾ ਉਹ ਕੰਪਲੀਟ ਕਰਦਾ ਕੋਈ ਵੀ ਕਰੰਟ, ਉਹਦੇ ਵਿੱਚ ਨੰਬਰ ਆਫ ਚਾਰਜਿਸ ਸੇਮ ਜਿਹੜੇ ਆ ਉਹ ਮੂਵ ਕਰਨਗੇ। ਜੋ ਬਿਫੋਰ ਸੀਗੇ ਹਾਫ ਸਾਈਕਲ ਦੇ ਉਹੀ ਬਾਅਦ 'ਚੋਂ ਕਰਨਗੇ। ਠੀਕ ਹੈ ਜੀ। ਸੋ ਆਪਾਂ ਆਰਟੀਕਲ ਸਟਾਰਟ ਕਰਦੇ ਹਾਂ। ਕਿਹਾ ਲੈਟ ਐਨ ਆਲਟਰਨੇਟਿਵ ਕਰੰਟ ਰੀਪ੍ਰਜੈਂਟਡ ਬਾਏ ਇਕੁਏਸ਼ਨ ਦਿੱਤੀ ਆ ਆਲਟਰਨੇਟਿਵ ਕਰੰਟ ਦੀ, ਆਪਾਂ ਪਿੱਛੇ ਪੜ੍ਹ ਲਈ ਆ। ਆਈ ਇਜ਼ ਇਕੁਅਲ ਟੂ ਆਈ ਨੋਟ ਸਾਈਨ ਓਮੇਗਾ ਟੀ। ਆਪਾਂ ਨੂੰ ਪਤਾ ਹੈ ਕਿ ਕਰੰਟ ਦੀ ਡੈਫੀਨੇਸ਼ਨ ਕੀ ਹੁੰਦੀ ਆ, ਫਲੋ ਆਫ ਚਾਰਜ ਡਿਵਾਈਡਡ ਬਾਈ ਟਾਈਮ। ਕਿੰਨਾ ਚਾਰਜ ਫਲੋ ਕਰਦਾ ਕਿੰਨੇ ਟਾਈਮ ਦੇ ਵਿੱਚ, ਉਹ ਕਾਹਦੀ ਵੈਲਿਊ ਹੁੰਦੀ ਆ, ਕਰੰਟ ਦੀ। ਆਹ ਸੀਗੀ ਬੇਸਿਕ ਵੈਲਿਊ ਆਲਟਰਨੇਟਿਵ ਕਰੰਟ ਦੀ। ਬਾਈ ਡੈਫੀਨੇਸ਼ਨ ਮੈਂ ਕਰੰਟ ਦੀ ਵੈਲਿਊ ਲਿਖੀ ਹੈ। ਠੀਕ ਹੈ ਜੀ। ਸੋ ਇੱਥੋਂ ਅਗਰ ਮੈਂ ਚਾਰਜ ਦੀ ਵੈਲਿਊ ਕੱਢਾਂ ਤਾਂ ਇਹ ਦੋ ਚੀਜ਼ਾਂ ਜਿਹੜੀਆਂ ਆਪਸ 'ਚ ਕ੍ਰੋਸ ਮਲਟੀਪਲਾਈ ਹੋਣਗੀਆਂ। ਸੋ ਬਣੂਗਾ ਡੀ ਕਿਊ ਇਜ਼ ਇਕੁਅਲ ਟੂ ਆਈ ਡੀ ਟੀ। ਸੋ ਜਿਹੜੀ ਆਈ ਦੀ ਵੈਲਿਊ ਇੱਥੇ ਮੇਰੇ ਕੋਲ ਸਟਾਰਟਿੰਗ 'ਚ ਦਿੱਤੀ ਹੈ ਆਲਟਰਨੇਟਿਵ ਕਰੰਟ ਦੀ, ਉਹ ਵੈਲਿਊ ਮੈਂ ਇੱਥੇ ਸਬਸਟੀਟਿਊਟ ਕਰਨੀ ਹੈ। ਠੀਕ ਹੈ। ਸੋ ਵਟ ਵੀ ਹੈਵ ਡੀ ਕਿਊ ਇਜ਼ ਇਕੁਅਲ ਟੂ ਆਈ ਨੋਟ ਸਾਈਨ ਓਮੇਗਾ ਟੀ ਇੰਟੂ ਡੀ ਟੀ ਐਜ਼ ਇਟ ਇਜ਼। ਇਹਨੂੰ ਮੈਂ ਲਿਖਤਾ ਇਕੁਏਸ਼ਨ ਨੰਬਰ 1। ਰਾਈਟ, ਫਿਰ ਆਪਾਂ ਬੋਲਿਆ ਦੀ ਚਾਰਜ ਸੈਂਟ ਬਾਏ ਆਲਟਰਨੇਟਿਵ ਕਰੰਟ ਇਨ ਹਾਫ ਸਾਈਕਲ। ਆਪਾਂ ਕਿਹਾ ਵੀ ਹਾਫ ਸਾਈਕਲ ਦੇ ਵਿੱਚ ਕਿੰਨਾ ਚਾਰਜ ਜਿਹੜਾ ਵਾ ਉਹ ਟਰਾਂਸਫਰ ਹੁੰਦਾ। ਉਹਦੀ ਲਿਮਿਟ ਹੋਊਗੀ ਜਦੋਂ ਸਟਾਰਟ ਹੋਊਗਾ ਚਾਰਜ ਮੂਵ ਕਰਨਾ, ਉੱਥੇ ਟਾਈਮ ਹੋਊਗਾ 0। ਜਿੱਥੇ ਟਾਈਮ ਸਾਈਕਲ ਕੰਪਲੀਟ ਕਰਕੇ ਪਹੁੰਚ ਜੂਗਾ ਹੋਊਗਾ T/2। ਕਿਉਂ T/2 ਹੋਊਗਾ? ਕਿਉਂਕਿ ਆਪਾਂ ਕਹਿਣਾ ਵੀ ਹਾਫ ਟਾਈਮ ਪੀਰੀਅਡ ਦੇ ਵਿੱਚ ਸਾਈਕਲ ਕੰਪਲੀਟ ਹੋ ਜੂਗਾ। ਠੀਕ ਆ, ਦੈਟਸ ਵਾਈ ਇੱਥੇ T/2 ਲਿਖਿਆ ਜਾਊਗਾ। ਸੋ ਆਪਾਂ ਕਰਨਾ ਕੀ ਹੈ, ਜਦੋਂ ਆਪਾਂ ਚਾਰਜ ਸੈਂਟ ਕੱਢਣਾ ਹੈ ਹਾਫ ਸਾਈਕਲ ਦੇ ਲਈ, ਅਸੀਂ ਜੋ ਆਪਣੇ ਕੋਲ ਜਨਰਲ ਇਕੁਏਸ਼ਨ ਬਣ ਗਈ ਫਸਟ, ਉਹਨੂੰ ਇੰਟੀਗ੍ਰੇਟ ਕਰ ਦੇਣਾ। ਔਨ ਇੰਟੀਗ੍ਰੇਸ਼ਨ ਆਪਾਂ ਕੀ ਲਿਖਣਾ, ਇੱਧਰ ਵੀ ਇੰਟੀਗ੍ਰੇਸ਼ਨ ਦਾ ਸਾਈਨ, ਇੱਥੇ ਵੀ ਇੰਟੀਗ੍ਰੇਸ਼ਨ ਦਾ ਸਾਈਨ। ਸਭ ਤੋਂ ਪਹਿਲਾਂ ਆਹੀ ਚੀਜ਼ ਬਣਨੀ ਹੈ ਨਾ, ਇੰਟੀਗ੍ਰੇਸ਼ਨ ਸੇਮ। ਰਾਈਟ, ਹੁਣ ਇੰਟੀਗ੍ਰੇਸ਼ਨ ਡੀ ਕਿਊ ਐਜ਼ ਇਟ ਇਜ਼। ਆਈ ਨੋਟ ਕੀ ਆ, ਕੌਨਸਟੈਂਟ, ਇਹਨੂੰ ਇਹ ਬੰਨੀ ਲੈਂਦਾ। ਠੀਕ ਹੈ ਜੀ। ਇੱਧਰ ਲਿਮਿਟਸ ਆਉਣਗੀਆਂ ਕਾਹਦੀਆਂ, ਟਾਈਮ ਦੀਆਂ, ਕਿਉਂਕਿ ਇੱਧਰ ਫੰਕਸ਼ਨ ਕਿਹੜਾ, ਟਾਈਮ ਦਾ। ਠੀਕ ਆ। ਸਟਾਰਟਿੰਗ ਟਾਈਮ ਮੇਰੇ ਕੋਲ ਕਿੰਨਾ, 0। T0 ਇੱਧਰ ਆ ਗਿਆ। ਫਾਈਨਲ ਟਾਈਮ ਕਿੰਨਾ, T/2, ਉਹ ਮੈਂ ਲਿਖਦਾ ਇੱਥੇ। ਫੰਕਸ਼ਨ ਕੀ ਹੋ ਗਿਆ, ਸਾਈਨ ਓਮੇਗਾ ਟੀ ਇੰਟੂ ਡੀ ਟੀ। ਅਤੇ ਟੀ ਕੀ ਆਪਣੇ ਕੋਲ, ਟਾਈਮ ਪੀਰੀਅਡ। ਠੀਕ ਹੈ, ਉਹ ਮੈਂ ਲਿਖ ਦਿੱਤਾ ਵੀ ਟੀ ਸਟੈਂਡਸ ਫॉर ਟਾਈਮ ਪੀਰੀਅਡ। ਜਦੋਂ ਆਪਾਂ ਡੀ ਕਿਊ ਦੀ ਇੰਟੀਗ੍ਰੇਸ਼ਨ ਕਰਦੇ ਹਾਂ ਉਹ ਬਣਨੀ ਹੈ ਕਿਊ। ਆਈ ਨੋਟ ਕੌਨਸਟੈਂਟ ਹੈ ਐਜ਼ ਇਟ ਇਜ਼। ਇੰਟੀਗ੍ਰੇਸ਼ਨ ਫਰੋਮ 0 ਟੂ T/2 ਸਾਈਨ ਓਮੇਗਾ ਟੀ ਇੰਟੂ ਡੀ ਟੀ। ਹੋਪ ਇੱਥੋਂ ਤੱਕ ਤੁਹਾਨੂੰ ਕਲੀਅਰ ਹੋਊਗਾ, ਇਹ 'ਚ ਕੋਈ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ। ਠੀਕ ਹੈ ਜੀ। ਸੋ ਨੈਕਸਟ ਦੇਖੋ, ਕਿਊ ਐਜ਼ ਇਟ ਇਜ਼, ਆਈ ਨੋਟ ਐਜ਼ ਇਟ ਇਜ਼। ਆਪਾਂ ਇੰਟੀਗ੍ਰੇਸ਼ਨ ਕਰਨੀ ਆ ਫੰਕਸ਼ਨ ਦੀ। ਠੀਕ ਹੈ ਜੀ। ਜਦੋਂ ਆਪਾਂ ਸਾਈਨ ਦੀ ਇੰਟੀਗ੍ਰੇਸ਼ਨ ਕਰਦੇ ਹਾਂ ਹੁੰਦੀ ਆ ਮਾਈਨਸ ਕੋਜ਼। ਠੀਕ ਹੈ, ਉਹ ਕੀ ਬਣ ਗਿਆ, ਮਾਈਨਸ ਕੋਜ਼ ਓਮੇਗਾ ਟੀ। ਉਸੇ ਫੰਕਸ਼ਨ ਨੂੰ ਮੈਂ ਓਮੇਗਾ ਦੇ ਨਾਲ ਡਿਵਾਈਡ ਵੀ ਕੀਤਾ। ਠੀਕ ਹੈ ਜੀ। ਇੱਧਰ ਲਿਮਿਟਸ ਉਹੀ ਆ ਗਈਆਂ 0 ਉੱਪਰ T/2। ਰਾਈਟ, ਹੁਣ ਕੀ ਕੀਤਾ, ਆਈ ਨੋਟ ਇਸ ਓਮੇਗਾ ਨੂੰ ਇੱਧਰ ਲੈਂਦਾ। ਠੀਕ ਹੈ, ਬਣ ਗਿਆ ਆਈ ਨੋਟ ਡਿਵਾਈਡਡ ਬਾਏ ਓਮੇਗਾ। ਨੈਗੇਟਿਵ ਸਾਈਨ ਵੀ ਮੈਂ ਬਾਹਰ ਲੈਂਦਾ। ਠੀਕ ਹੈ ਜੀ। ਇੱਧਰ ਮੇਰੇ ਕੋਲ ਕਿਊ ਰਹਿਣਾ ਹੀ ਰਹਿਣਾ। ਠੀਕ ਹੈ, ਮੈਂ ਇੱਥੇ ਲਿਖਿਆ ਨਹੀਂ, ਨਾ ਸੋਚੋ ਕਿ ਕਿਊ ਕਿੱਧਰ ਗਿਆ, ਆ ਕਿਊ ਦੀ ਵੈਲਿਊ ਹੀ ਹੈ। ਸੋ ਹੁਣ ਆਪਾਂ ਕੀ ਕਰਨਾ, ਆਪਾਂ ਲਿਮਿਟਸ ਪੁੱਟ ਕਰਨੀਆਂ। ਲਿਮਿਟਸ ਪੁੱਟ ਕਿੱਥੇ ਹੋਣੀਆਂ ਵਾ, ਟੀ ਦੀ ਜਗ੍ਹਾ 'ਤੇ। ਇੱਦਾਂ ਹੀ ਹੁੰਦਾ ਨਾ, ਪਹਿਲਾਂ ਕੀ ਹੋਣਾ, ਅੱਪਰ ਲਿਮਿਟ ਹੁੰਦਾ, ਅੱਪਰ ਲਿਮਿਟ ਮਾਈਨਸ ਲੋਅਰ ਲਿਮਿਟ। ਅੱਪਰ ਲਿਮਿਟ ਕਿੰਨੀ ਹੈ, T/2। ਫਿਰ ਮੇਰੇ ਕੋਲ ਕੀ ਬਣੂਗਾ, ਕੋਜ਼ ਓਮੇਗਾ ਐਜ਼ ਇਟ ਇਜ਼। ਟੀ ਦੀ ਜਗ੍ਹਾ 'ਤੇ ਮੇਰੇ ਕੋਲ ਕਿਹੜੀ ਚੀਜ਼ ਆ ਜਾਊਗੀ, T/2 ਮਾਈਨਸ ਕੋਜ਼, ਸਾਰਾ ਫੰਕਸ਼ਨ ਹੀ 0 ਹੋ ਜਾਊਗਾ, ਕਿਉਂਕਿ ਜੇ ਮੈਂ ਟੀ ਦੀ ਵੈਲਿਊ 0 ਪੁੱਟ ਕੀਤੀ ਨਾ, ਉਹਨੇ ਇੱਧਰ ਵੀ 0 ਬਣ ਜਾਣਾ। ਕਿ ਬਣ ਗਿਆ, ਕੋਜ਼ 0 ਡਿਗਰੀ। ਠੀਕ ਆ।
ਹੁਣ एक चीज़ ਜਿਹੜਾ ओमेगा ਹੁੰਦਾ ना ਉਹਦੀ एंगूलर फ्रीकुएंसी ओमेगा ਕਾਹਦੇ बराबर ਹੁੰਦਾ 2π/t ਦੇ ठीक है। सो मैं ओमेगा की वो वैल्यू इत्थे सबस्टिट्यूट करती तो इत्थे भी सबस्टिट्यूट हो जानी है की बनूगा -I0 ਇਹਦੀ जगह ਤੇ ਕੀ ਆ ਜਾਊਗਾ 2π/t इत्थे भी cos ओमेगा की जगह ਤੇ ਕਿਹੜੀ वैल्यू आ गई 2π/t आ t/2 एज इट इज़ माइनस भी एज इट इज़ cos 0 डिग्री भी एज इट इज़ राइट। सो जे मैं इनू थोड़ा बहुत सॉल्व करा तो इधरों मेरे को इधर देखो टी दे नाल टी जिहड़ी है वो कैंसल हो जूगी ठीक है जी दोनों टी कैंसल्स होणगियां राइट। सो अपने कोल जिहड़ा अगे फंक्शन बचना उन्हें ध्यान नाल देखियो वो बनूगा I0 t 2π इत्थे आ गया cos π माइनस cos 0 डिग्री ठीक है। हुण इधर देखो cos π जिहड़ा हुंदा cos हुंदा 90 डिग्री पाई नूं कहिंदे 90 डिग्री cos 90 डिग्री कितना हुंदा -1 ते cos 0 डिग्री कितना हुंदा 1 आ मेरे को एज इट इज़ रहूगा I0 t डिवाइडेड बाय 2π cos π कितना -1 cos 0 कितना -1। अच्छा हुण इधर देखियो इन्हें जो सॉल्व हो बनना माइनस माइनस प्लस साइन माइनस का ये बन गया -2 ठीक है जी। इधर मेरे को सारा फंक्शन एज इट इज़ ही आ जाना ये की बनना मैं एक स्टैप स्किप किया उन्होंने सॉल्व करने की कोशिश कर रही हाँ कि बनूगा I0 इंटू टी डिवाइडेड बाय 2π इंटू -2 आही चीज़ है ठीक है। 2 के नाल 2 जोड़ा ही वो कैंसल हो जाना जो 2 नाल 2 तुम कैंसल करोगे अपने को बचूगी कि चीज़ इधर मेरे को क्या हुआ एज इट इज़ I0 t डिवाइडेड बाय π बच गया इनू मैं लिखता इक्वेशन नंबर 2 ठीक है जी। हुण आपां उहदे बाद की कहा कि इफ़ आई एवरेज यानी कि करंट एवरेज और करंट मीन आई एवरेज और आई एम बी द मीन वैल्यू ऑफ अल्टरनेटिव करंट ओवर पॉजिटिव हाफ साइकिल दैन चार्ज सेंट बाय इट इन t/2 इज़ गिवन बाय सिमिलरली मैं सेम चीज़ ही बोली है कि पहला सीगा नैगेटिव हाफ साइकिल के लिए ठीक है। हुण आपां पॉजिटिव हाफ साइकिल की गल कर रहे हैं दैट मीनस Q इज़ इक्वल टू मीन वैल्यू ऑफ अल्टरनेटिव करंट इंटू हाफ ऑफ टाइम पीरीयड इन्हें मैं लिखता इक्वेशन नंबर 3 आ जो इंग्लिश च लिखा गया उस चीज़ को मैं इत्थे मैथेमैटिकली डिफाइन करिया राइट उन्होंने लिखता इक्वेशन नंबर 3। अगर मैं कंपेयर करा इक्वेशन नंबर 2 तो इक्वेशन नंबर 3 नूं जो आप कंपेयर करते हैं आ भी कदी वैल्यू है चार्ज की आ भी कदी वैल्यू चार्ज की दैट मीनस दिस फंक्शन ऑटोमैटिकली इज इक्वल टू दिस राइट। सो इट विल बी Q इज इक्वल टू मीन वैल्यू ऑफ अल्टरनेटिव करंट इंटू हाफ ऑफ टाइम पीरियड इज इक्वल टू I0 टाइम्स t डिवाइडेड बाय π ठीक है। हुण इत्थों फिर तो ध्यान नाल देखो इत्थों मैं एक स्टैप अगेन स्किप किया जो उन्होंने सॉल्व करना ही ये चीज़ बननी सी मेरे को Q इज इक्वल टू रूट मीन वैल्यू ऑफ करंट ये बनना ही 2 टाइम्स t इज इक्वल टू I0 टाइम t डिवाइडेड बाय π ठीक है जी। टी दे नाल टी कैंसल हो जाएगा बचूगी कि चीज़ 2 इंटू I0 डिवाइडेड बाय π ठीक है आही चीज़ तो यदी वैल्यू जी न्यूमैरिक वैल्यू होंगी है 0.637 I0। अच्छा हुण जो मैं आ चीज़ लिखती 0.637 ਇਹਦਾ ਕੀ मतलब होया हुण इत्थों इन्ना कुछ तुहानूं पता लगना चाहिए है कि मीन वैल्यू ऑफ अल्टरनेटिव करंट हमेशा इक्वल होंगी है 2π दे 2 डिवाइडेड बाय π दे जां फिर तुसीं कह सकते हो 0.637 वही मैं लिखा दिस मीन वैल्यू ऑफ अल्टरनेटिव करंट ओवर एनी हाफ साइकिल इज़ 2/π और यू कैन से दैट 0.637 टाइम्स ऑफ पीक वैल्यू ठीक है जी। ये सीगा साडा एक आर्टिकल। हुण एक चीज़ नूं माड़ा जिहा समझो साडे कोल ना एक इंपल्स हुंदी है चार्ज फ्लो करदा है इस तरीके दे नाल ठीक है। असीं मीन वैल्यू रूट मीन ते पीक वैल्यूज़ फाइंड आउट करते पे करंट दियां अल्टरनेटिव करंट दियां ठीक है। आ सीगा मेरे को एक हिस्सा आ सीगा मेरे को सैकेंड इनू कहिंदे आ इत्थों तक जो गया मतलब एक साइकिल कंप्लीट हो गया। हुण आ जिहड़ा हिस्सा वा ये पॉजिटिव हुंदा जो डाउनवर्ड हुंदा ये नैगेटिव हुंदा तुहानूं पता है कि ट्रफ है कि क्रस्ट आ पढ़िया होणगियां तुसीं ये चीज़ां ठीक है। तो पीक वैल्यू का की मतलब होया आ वाली वैल्यू ठीक है। उही चीज़ बोली है मैं कि मीन वैल्यू अल्टरनेटिव करंट की किसी भी पॉजिटिव साइकिल दे विच इक्वल हुंदी है 637 टाइम्स पीक वैल्यू दे राइट। थैंक यू।